ਸਾਡੇ ਨਾਲ ਜੁੜੇ ਰਹਿਣ ਦੇ ਲਈ YouTube ਦਾ ਚੈਨਲ ਅੰਮ੍ਰਿਤ ਬਾਣੀ ਸੇਵਾ ਦਲ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਬਟਨ ਜਰੂਰ ਪ੍ਰੈਸ ਕਰੋ ਤਾਂ ਕਿ ਤੁਹਾਡੇ ਤੱਕ ਸਾਡੀ ਨਵੀਂ ਨੋਟੀਫਿਕੇਸ਼ਨ ਜਲਦੀ ਪਹੁੰਚ ਸਕੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਦੋਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਇਹ ਪ੍ਰਸ਼ਨ ਕੀਤਾ ਸੀ, ਪਾਤਸ਼ਾਹ ਜੀ ਤੁਹਾਡਾ ਅਸਲ ਰੂਪ ਕੀ ਹੈ, ਤਾਂ ਸਤਿਗੁਰਾਂ ਨੇ ਫਰਮਾਨ ਕੀਤਾ, ਤੀਨ ਰੂਪ ਹੈ ਮੋਹੇ ਕੈ ਸੁਣੋ ਆਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹਾਂ ਤੋਹੇ ਸਮਝਾਏ। ਨਿਰਗੁਣ ਸਰੂਪ ਅਦ੍ਰਿਸ਼ਟ ਸਰੂਪ, ਸਰਗੁਣ ਇਹ ਸੰਸਾਰ ਜੋ ਹੈ ਅਤੇ ਸ਼ਬਦ ਹੀ ਮੇਰਾ ਸਰੂਪ ਹੈ। ਸੋ ਐਸੀ ਬਖਸ਼ਿਸ਼ ਸਤਿਗੁਰੂ ਪਾਤਸ਼ਾਹ ਜੀ ਨੇ ਕੀਤੀ ਹੈ। ਸਾਧ ਸੰਗਤ ਵਡਭਾਗੇ ਹਾਂ। ਲੜੀਵਾਰ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਾਏ ਭੋਇੰ ਦੀ ਤਲਵੰਡੀ ਤੇ ਇਸ ਨਗਰ ਵਿੱਚ ਆ ਕੇ ਰਾਏ ਬੁਲਾਰ ਦੇ ਗ੍ਰਹਿ ਵਿਖੇ ਹਨ, ਜਿੱਥੇ ਉਹਨਾਂ ਨੇ ਬੜੇ ਹੀ ਅਦਬ ਦੇ ਨਾਲ ਸਤਿਗੁਰੂ ਜੀ ਨੂੰ ਪ੍ਰਸ਼ਾਦਾ ਪਾਣੀ ਭੋਜਨ ਦੀ ਸੇਵਾ ਕੀਤੀ ਹੈ। ਸਤਿਗੁਰੂ ਜੀ ਭੋਜਨ ਛਕ ਕੇ ਬੈਠ ਗਏ ਨੇ ਤਾਂ ਸਾਧ ਸੰਗਤ ਰਾਏ ਬੁਲਾਰ ਦੇ ਗ੍ਰਹਿ ਮਾਤਾ ਤ੍ਰਿਪਤਾ ਜੀ, ਪਿਤਾ ਮਹਿਤਾ ਕਾਲੂ ਜੀ, ਸਤਿਗੁਰਾਂ ਦੇ ਚਾਚਾ ਜੀ ਸ੍ਰੀ ਲਾਲੂ ਜੀ ਪਹੁੰਚਦੇ ਨੇ ਤੇ ਰਾਏ ਬੁਲਾਰ ਨੂੰ ਕਹਿੰਦੇ ਹਨ ਕਿ ਤੁਸੀਂ ਨਾਨਕ ਜੀ ਨੂੰ ਸਮਝਾਓ ਇਹ ਘਰ ਛੱਡ ਕੇ ਨਾ ਜਾਣ, ਸਾਡਾ ਇੱਕੋ ਇੱਕ ਪੁੱਤਰ ਹੈ ਤੇ ਸਾਨੂੰ ਬੁਢਾਪੇ ਉਮਰ ਦੇ ਵਿੱਚ ਜਿਹੜਾ ਹੈ ਪੁੱਤਰ ਦਾ ਵਿਛੋੜਾ ਇਹ ਬੜਾ ਦੁਖਦਾਈ ਕਰਦਾ ਹੈ। ਖਾਸ ਕਰਕੇ ਮਾਤਾ ਤ੍ਰਿਪਤਾ ਜੀ ਵਿਲਕਦੇ ਰਹਿੰਦੇ ਨੇ ਪੁੱਤਰ ਦੇ ਵਿਛੋੜੇ ਵਿੱਚ। ਤਾਂ ਇਸ ਤਰ੍ਹਾਂ ਸਾਧ ਸੰਗਤ ਰਾਏ ਬੁਲਾਰ ਜੀ ਨੇ ਕੁਝ ਸ਼ਬਦ ਸਤਿਗੁਰੂ ਜੀ ਦੀ ਆਗਿਆ ਪਾ ਕੇ ਕਹੇ ਹਨ। ਜਿਵੇਂ ਰਾਏ ਬੁਲਾਰ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਰਾਏ ਭੋਇੰ ਦੀ ਤਲਵੰਡੀ ਵਿੱਚ ਰਹਿਣ ਵਾਸਤੇ ਬੇਨਤੀ ਕਰ ਰਹੇ ਹਨ। ਆਓ ਕਵੀ ਜੀ ਦੀ ਕਲਮ ਅਨੁਸਾਰ ਗੁਰ ਇਤਿਹਾਸ ਨਾਲ ਜੁੜਨ ਦਾ ਯਤਨ ਕਰੀਏ ਜੀ। ਸਾਰੀ ਸੰਗਤ ਰਸਨਾ ਪਵਿੱਤਰ ਕਰੋ। ਸਤਿਗੁਰੂ ਜੀ ਦਾ ਧਿਆਨ ਧਰ ਕੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੁੰਡਲੀਆ ਛੰਦ ਨਿਜ ਖੇਤੀ ਕਰਵਾਈਏ, ਕਾਮੇ ਦਿਓ ਰਖਾਏ। ਰਾਏ ਬੁਲਾਰ ਜੀ ਕਹਿਣ ਲੱਗੇ ਕਿ ਤੁਸੀਂ ਇੱਥੇ ਖੇਤੀ ਕਰੋ ਤੇ ਕਾਮੇ ਮੈਂ ਰਖਵਾ ਦਿੰਦਾ ਹਾਂ। ਨਹਿ ਹਾਲਾ ਲੈ ਮੈਂ ਕੱਛ, ਸਭੇ ਇਨਾਮ ਕਰਾਏ। ਤੇ ਜਿਹੜੀ ਜ਼ਮੀਨ ਖੇਤੀਯੋਗ ਹੈ ਉਹਦਾ ਤੁਹਾਨੂੰ ਕੋਈ ਵੀ ਹਾਲਾ ਭਾਵ ਮਾਮਲਾ ਠੇਕਾ ਹਿੱਸਾ ਆਦਿਕ ਨਹੀਂ ਦੇਣਾ ਪੈਣਾ ਹੈ। ਸਭੇ ਇਨਾਮ ਕਰਾਏ, ਸਭਨ ਨਿਜ ਰਹੋ ਦੁਖ ਕਦਨਾ। ਸਾਰੇ ਤਰ੍ਹਾਂ ਦਾ ਹੀ ਤੁਹਾਡਾ ਮੁਆਵਲਾ ਮਾਫ ਹੋਵੇਗਾ। ਭਾਵ ਰਾਏ ਬੁਲਾਰ ਜੀ ਜ਼ਮੀਨ ਸਤਿਗੁਰੂ ਜੀ ਨੂੰ ਦਾਨ ਦੇਣ ਵਾਸਤੇ ਤਿਆਰ ਹਨ ਕਿ ਤੁਸੀਂ ਇਹਦੇ ਵਿੱਚ ਕਾਮੇ ਰੱਖ ਕੇ ਖੇਤੀ ਕਰਨਾ ਕਰੋ। ਮਾਤਾ ਬਿਰਹਿ ਅਧੀਨ ਹੋਤ, ਨਹਿ ਪੇਖਤ ਬਦਨਾ। ਮਾਤਾ ਜੀ ਨੂੰ ਜਦੋਂ ਤੁਹਾਡਾ ਮੁਖੜਾ ਨਹੀਂ ਦਿਖਦਾ ਤਾਂ ਉਹ ਬਿਰਹਾ ਦੇ ਅਧੀਨ ਹੋ ਕੇ ਵਿਆਕੁਲ ਹੋ ਜਾਂਦੇ ਹਨ। ਸੁਣ ਬੁਲਾਰ ਕੇ ਬਚਨ ਕੋ, ਦੀਨਾਨਾਥ ਸੁਭਾਏ। ਬੁਲਾਰ ਜੀ ਦੇ ਬਚਨ ਸੁਣ ਕੇ ਦੀਨਾਂ ਤੇ ਦਇਆ ਕਰਨ ਵਾਲੇ ਸਤਿਗੁਰੂ ਜੀ ਇਸ ਤਰ੍ਹਾਂ ਆਖਦੇ ਹਨ। ਸ੍ਰੀ ਮੁਖ ਖੇਤੀ ਬਿਦ ਕਹੀ, ਸੂਰਠ ਰਾਗ ਉਠਾਏ। ਆਪਣੇ ਮੁਖਾਰ ਬਿੰਦ ਤੋਂ ਸੋਰਠ ਰਾਗ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ ਹੈ। ਸ੍ਰੀ ਮੁਖ ਬਾਕ ਸੋਰਠ, ਮਹੱਲਾ ਪਹਿਲਾ, ਘਰ ਪਹਿਲਾ।
ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ। ਸੋਠ ਰਾਗ ਦੇ ਵਿੱਚ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ, ਜਿਸ ਨੂੰ ਪਹਿਲੇ ਘਰ ਵਿੱਚ ਕੀਰਤਨ ਕਰਨ ਦੀ ਹਦਾਇਤ ਕੀਤੀ ਹੈ। ਇਹ ਸ਼ਬਦ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੋਰਠ ਰਾਗ ਜਿੱਥੇ ਆਰੰਭ ਹੁੰਦਾ ਹੈ, ਦੂਸਰਾ ਸ਼ਬਦ ਹੈ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਮੈਂ ਆਪਣੇ ਮਨ ਨੂੰ ਹਾਲੀ ਉਦਮੀ ਬਣਾ ਕੇ ਕਿਰਸਾਣੀ ਕਰਨੀ ਸ਼ੁਭ ਅਮਲਾਂ ਦੀ ਖੇਤੀ ਕਰ ਰਿਹਾ ਹਾਂ। ਸਰਮ ਪਾਣੀ ਤਨ ਖੇਤ, ਮੈਂ ਮਿਹਨਤ ਦਾ ਪਾਣੀ ਦੇ ਰਿਹਾ ਹਾਂ ਤੇ ਆਪਣੇ ਸਰੀਰ ਨੂੰ ਖੇਤ ਬਣਾਇਆ ਹੈ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਤੇ ਜੇਕਰ ਇਹਦੇ ਵਿੱਚ ਨਾਮ ਦਾ ਬੀਜ ਪਾਇਆ ਜਾਵੇ, ਸਬਰ ਦਾ ਸੁਹਾਗਾ ਦਿੱਤਾ ਜਾਵੇ, ਕਿਉਂਕਿ ਸਾਧ ਸੰਗਤ ਜਿਵੇਂ ਖੇਤ ਵਿੱਚ ਬੀਜ ਪਾ ਕੇ ਸੁਹਾਗਾ ਦੇਣਾ ਪੈਂਦਾ ਹੈ, ਜਿਹੜੇ ਦਾਣੇ ਨੰਗੇ ਰਹਿ ਜਾਂਦੇ ਹਨ ਉਹ ਵੀ ਜੰਮਦੇ ਨਹੀਂ ਜਾਂ ਉਹਨਾਂ ਨੂੰ ਪੰਛੀ ਚੁਗ ਜਾਂਦੇ ਹਨ। ਇਸ ਲਈ ਸਤਿਗੁਰੂ ਜੀ ਕਹਿੰਦੇ ਨੇ ਕਿ ਹਿਰਦੇ ਦੇ ਵਿੱਚ ਨਾਮ ਦਾ ਬੀਜ ਬੀਜਣ ਵਾਸਤੇ ਇਹਨਾਂ ਸ਼ੁਭ ਗੁਣਾਂ ਦੀ ਖੇਤੀ ਕਰਨੀ ਹੈ। ਮਨ ਨੂੰ ਉਦਮੀ ਬਣਾਉਣਾ ਹੈ, ਸ਼ੁਭ ਅਮਲਾਂ ਨੂੰ ਕਿਰਸਾਣੀ ਬਣਾਉਣਾ ਹੈ, ਮਿਹਨਤ ਕਰਨੀ ਹੈ, ਭਜਨ ਬੰਦਗੀ ਉਦਮੀ ਬਣ ਕੇ ਕਰਨੀ ਹੈ ਤੇ ਸਰੀਰ ਨੂੰ ਖੇਤ ਬਣਾਉਣਾ ਹੈ। ਇਹਦੇ ਵਿੱਚ ਗੁਰੂ ਕੋਲੋਂ ਸ਼ਬਦ ਦਾ ਬੀਜ ਲੈ ਕੇ ਨਾਮ ਬੀਜ ਸੰਤੋਖ ਸੁਹਾਗਾ ਬੀਜ ਪਾ ਕੇ ਤੇ ਸੰਤੋਖ ਦਾ ਸੁਹਾਗਾ, ਸਬਰ ਦਾ ਸੁਹਾਗਾ ਦੇਣਾ ਹੈ। ਰੱਖ ਗਰੀਬੀ ਵੇਸ, ਤੇ ਆਪਣੀ ਬੋਲ ਬਾਣੀ, ਆਪਣਾ ਵੇਸ ਇਹ ਨਿਮਰਤਾ ਨਾਲ ਧਾਰਨ ਕਰਨੀ ਹੈ। ਭਾਉ ਕਰਮ ਕਰ ਜਮਸੀ ਸੇ ਕਰ ਭਾਖਟ ਦੇਖ। ਇਸ ਤਰ੍ਹਾਂ ਪ੍ਰੇਮ ਸਹਿਤ ਇਹ ਖੇਤੀ ਕਰਨ ਦੇ ਨਾਲ, ਭਾਵ ਵਿੱਚ ਪ੍ਰੇਮ ਦਾ ਹੋਣਾ ਜ਼ਰੂਰੀ ਹੈ। ਇਹ ਸ਼ੁਭ ਕਰਮ ਕਰਨ ਦੇ ਨਾਲ ਇਹ ਖੇਤੀ ਪੈਦਾ ਹੁੰਦੀ ਹੈ, ਉਗਦੀ ਹੈ ਤੇ ਹਿਰਦਾ ਜਿਹੜਾ ਹੈ ਉਹ ਫਿਰ ਭਰ ਜਾਂਦਾ ਹੈ ਗੁਣਾਂ ਦੇ ਨਾਲ। ਭਾਵ ਜਿਵੇਂ ਜ਼ਿਮੀਂਦਾਰ ਖੇਤੀ ਕਰਕੇ ਜਦੋਂ ਆਪਣੇ ਘਰੇ ਬੋਲ ਲਾਉਂਦਾ ਹੈ ਤਾਂ ਆਨੰਦ ਵਿੱਚ, ਖੇੜੇ ਵਿੱਚ ਖਿੜ ਜਾਂਦਾ ਹੈ। ਇਵੇਂ ਹੀ ਸਤਿਗੁਰੂ ਜੀ ਕਹਿਣ ਲੱਗੇ ਕਿ ਅਸੀਂ ਆਪਣੇ ਹਿਰਦੇ ਦੇ ਵਿੱਚ ਪ੍ਰਭੂ ਨਾਮ ਦੀ ਖੇਤੀ ਕਰ ਰਹੇ ਹਾਂ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੂਹਿਆ ਵਿਰਲਾ ਬੂਝੈ ਕੋਇ ਰਹਾਉ। ਪਾਤਸ਼ਾਹ ਜੀ ਰਹਾਉ ਦੀ ਤੁਕ ਵਿੱਚ ਕਹਿੰਦੇ ਨੇ, ਹੇ ਭਾਈ ਮਾਇਆ ਸਾਥ ਨਾ ਹੋਏ। ਇਹ ਦੁਨੀਆ ਦਾ ਜੋ ਪਦਾਰਥ ਹੈ, ਸੰਸਾਰਕ ਮਾਇਆ ਹੈ, ਇਹ ਕਿਸੇ ਜੀਵ ਦਾ ਸਾਥ ਨਿਭਾਉਣ ਵਾਲੀ ਨਹੀਂ ਹੈ। ਇਸ ਮਾਇਆ ਨੇ ਜਗਤ ਨੂੰ ਮੋਹ ਰੱਖਿਆ ਹੈ। ਕੋਈ ਵਿਰਲਾ ਗੁਰਮੁਖ ਹੀ ਇਸ ਗੱਲ ਨੂੰ ਜਾਣਦਾ ਜਾਂ ਸਮਝਦਾ ਹੈ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ। ਮਨਮੁਖ ਖਾਧੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿਤ ਲਾਇਆ। ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਧੰਦਾ ਕਰਤਿਆਂ ਨਿਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਇਹ ਸੰਸਾਰ ਦੀ ਦੁਰਗਤੀ ਹੈ। ਮਾਈ ਮਾਇਆ ਛਲ, ਸਤਿਗੁਰੂ ਕਹਿੰਦੇ ਇਹ ਛਲਾਵਾ ਰੂਪ ਹੈ। ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਇਹ ਕੱਖਾਂ ਦੀ ਅੱਗ ਵਰਗੀ ਹੈ, ਛੇਤੀ ਹੀ ਸੜ ਜਾਣ ਵਾਲੀ ਹੈ। ਇਹ ਬੱਦਲਾਂ ਦੀ ਛਾਂ ਵਰਗੀ ਹੈ, ਜਿਹੜੀ ਸਦਾ ਰਹਿਣ ਵਾਲੀ ਨਹੀਂ। ਤੇ ਜਿਹਦੇ ਕੋਲ ਪਰਮੇਸ਼ਰ ਦਾ ਨਾਮ ਨਹੀਂ, ਗਿਆਨ ਨਹੀਂ ਹੈ, ਉਹਦੇ ਵਾਸਤੇ ਹੜ੍ਹ ਦੇ ਜਲ ਵਰਗੀ ਹੈ। ਭਾਵ ਉਹਦਾ ਜੀਵਨ ਰੋੜ ਕੇ ਲੈ ਜਾਂਦੀ ਹੈ। ਇਸ ਲਈ ਪਾਤਸ਼ਾਹ ਜੀ ਕਹਿੰਦੇ, ਭਾਈ ਇਹ ਮਾਇਆ ਨਾਲ ਨਿਭਣ ਵਾਲੀ ਨਹੀਂ ਹੈ। ਦਵਈਆ ਛੰਦ ਪੁਨ ਲਾਲੂ ਬੋਲਿਓ ਮੁਖ ਬਚਨਾ, ਤਲਵੰਡੀ ਹਟ ਕਰੀਏ। ਤਾਂ ਲਾਲੂ ਜੀ ਸੁਣ ਕੇ ਕਹਿਣ ਲੱਗੇ ਵੀ ਚਲੋ ਜੇ ਤੁਸੀਂ ਖੇਤੀ ਨਹੀਂ ਕਰਨੀ ਤਾਂ ਇੱਥੇ ਤਲਵੰਡੀ ਦੇ ਵਿੱਚ ਤੁਸੀਂ ਹੱਟੀ ਕਰ ਲਵੋ। ਰਹੋ ਸਦਨ ਨਿਜ ਬਣ ਜਾਓ ਬਣ ਜਾ, ਮਮ ਬਚ ਔਰ ਮਹਿ ਧਰੀਏ। ਤੇ ਸਦਾ ਆਪਦੇ ਘਰੇ ਰਹੋ ਤੇ ਹੱਟੀ ਦੇ ਬਹਿ ਕੇ ਵਿੱਚ ਜਿਹੜਾ ਹੈ ਵਣਜ ਕਰੋ। ਇਸ ਪ੍ਰਕਾਰ ਇਹ ਮੇਰੇ ਬਚਨਾਂ ਨੂੰ ਹਿਰਦੇ ਵਿੱਚ ਵਿਚਾਰ ਲੈਣਾ ਕਰੋ। ਤੁਝ ਪਛਾਤ ਕਰਤ ਨਿਜ ਰੋਦਨ, ਹੀਰੋ ਜਨਨੀ ਘਾਤੇ। ਕਹਿਣ ਲੱਗੇ ਪੁੱਤਰ ਵੇਖੋ, ਤੁਹਾਡੀ ਮਾਤਾ ਜਿਹੜੀ ਹੈ
ਤੁਹਾਡੇ ਤੋਂ ਬਾਅਦ ਨਿਤ ਰੁਦਨ ਕਰਦੀ ਰਹਿੰਦੀ ਹੈ, ਇਸ ਦੇ ਵੱਲ ਦੇਖਣਾ ਕਰੋ। ਸੁਣ ਦੂਸਰ ਪਦ ਸ੍ਰੀ ਮੁਖ ਭਾਖੈ ਸੁਭ ਗਤ ਪ੍ਰਾਪਤ ਜਾਂ ਤੇ। ਸੁਣ ਕੇ ਸਤਿਗੁਰੂ ਜੀ ਨੇ ਫਿਰ ਦੂਸਰਾ ਬੰਦ ਜਿਹੜਾ ਹੈ ਸ਼ਬਦ ਦਾ ਉਚਾਰਨ ਕੀਤਾ ਹੈ, ਜੋ ਹੱਟੀ ਨਾਲ ਸੰਬੰਧਿਤ ਹੈ, ਜਿਸ ਨੂੰ ਸੁਣਨ ਨਾਲ ਸਰੋਤੇ ਨੂੰ ਸ਼ੁਭ ਗਤੀ ਪ੍ਰਾਪਤ ਹੁੰਦੀ ਹੈ। ਹਾਨ ਹਟ ਕਰ ਆਰਜਾ ਸਚ ਨਾਮ ਕਰ ਵਥ। ਸਤਿਗੁਰੂ ਕਹਿੰਦੇ ਘਟਦੀ ਹੋਈ ਜਿਹੜੀ ਉਮਰ ਹੈ ਨਿਤ, ਇਹਨੂੰ ਹੱਟੀ ਬਣਾ ਲੈ ਤੇ ਪਰਮੇਸ਼ਰ ਦੇ ਸੱਚੇ ਨਾਮ ਨੂੰ ਵੱਥ ਤੋਂ ਭਾਵ ਸੌਦਾ ਬਣਾਉਣਾ ਕਰ। ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ। ਤੇ ਸੁਰਤ ਨੂੰ ਭਾਂਡੇ ਬਣਾ ਕੇ ਇਹਦੇ ਵਿੱਚ ਗੁਰੂ ਦੇ ਲੋਕ ਕੋਲੋਂ ਲੈ ਕੇ ਨਾਮ ਸ਼ਬਦ ਰੂਪੀ ਸੌਦੇ ਨੂੰ ਪਾ। ਜਿਵੇਂ ਦੁਕਾਨਦਾਰ ਥੋਕ ਦੀ ਦੁਕਾਨ ਤੋਂ ਹੋਲਸੇਲ ਤੋਂ ਸਮਾਨ ਲਿਆ ਕੇ ਪਿੰਡਾਂ ਦੇ ਵਿੱਚ ਆਪਣੀਆਂ ਹੱਟੀਆਂ ਵਿੱਚ ਪਰਚੂਨ ਵਿੱਚ ਲਿਆ ਕੇ ਪਹਿਲਾਂ ਭਾਂਡਿਆਂ ਵਿੱਚ ਰੱਖ ਕੇ ਵੇਚਦੇ ਹੁੰਦੇ ਸਨ, ਪੀਪੇ ਆਦਿਕ ਜਾਂ ਮਿੱਟੀ ਦੇ ਭਾਂਡੇ ਬਣੇ ਹੋਇਆ ਕਰਦੇ ਸਨ। ਅੱਜ ਉਹ ਸਮਾਂ ਬਦਲ ਗਿਆ, ਉੱਥੇ ਰੈਕ ਲਾ ਦਿੱਤੇ ਗਏ ਨੇ। ਉਹ ਸਮਾਨ ਲਿਆ ਕੇ ਪਾ ਲਿਆ ਜਾਂਦਾ ਏ, ਦੁਕਾਨ ਤੇ ਬਹਿ ਕੇ ਫਿਰ ਥੋੜ੍ਹਾ ਥੋੜ੍ਹਾ ਵੇਚ ਕੇ ਉਹਦੇ ਚੋਂ ਨਫਾ ਪ੍ਰਾਪਤ ਕਰਕੇ ਉਹਦੇ ਨਾਲ ਜੀਵਨ ਦੀ ਗੁਜ਼ਾਰਨ ਹੁੰਦੀ ਏ। ਸਤਿਗੁਰੂ ਜੀ ਕਹਿੰਦੇ ਇਵੇਂ ਇੱਕ ਨਾਮ ਦਾ ਸੌਦਾ ਵੀ ਹੈ, ਨਾਮ ਦੀ ਦੁਕਾਨਦਾਰੀ ਵੀ ਹੈ। ਘਟਦੀ ਜਾ ਰਹੀ ਉਮਰ ਨੂੰ ਦੁਕਾਨ ਬਣਾ ਲਵੋ। ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼, ਇਹ ਨਾਮ ਦਾ ਸੌਦਾ ਆਪਣੀ ਸੁਰਤ ਦੇ ਵਿੱਚ ਟਿਕਾ ਲਓ। ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ। ਇਸ ਪ੍ਰਕਾਰ ਅੱਗੇ ਉਪਦੇਸ਼ ਕਰਦੇ ਹਨ। ਵਣਜਾਰਿਆ ਸੋ ਵਣਜ ਕਰ ਲੈ ਲਾਹਾ ਮਨ ਹੱਸ। ਤੇ ਫਿਰ ਜਿਵੇਂ ਦੁਕਾਨ ਤੇ ਬੈਠਿਆਂ ਗਾਹਕ ਆਉਂਦੇ ਨੇ, ਉਹਨਾਂ ਨਾਲ ਵਣਜ ਕੀਤਾ ਜਾਂਦਾ ਹੈ, ਮੁਨਾਫਾ ਹੁੰਦਾ ਹੈ। ਇਵੇਂ ਸਤਿਗੁਰੂ ਜੀ ਕਹਿੰਦੇ ਜਿਹੜੇ ਨਾਮ ਦੇ ਵਪਾਰੀ ਹਨ, ਜਿਹੜੇ ਨਾਮ ਦੇ ਗਾਹਕ ਹਨ, ਉਹਨਾਂ ਦੇ ਨਾਲ ਫਿਰ ਇਹ ਵਣਜ ਕਰ, ਭਾਵ ਗੁਰੂ ਦਾ ਸ਼ਬਦ ਸੁਰਤ ਵਿੱਚ ਟਿਕਾ, ਇਹਨੂੰ ਜਾਪ ਤੇ ਅੱਗੇ ਇਹਦਾ ਵਰਤਾ ਕਰ, ਭਾਵ ਵੰਡਣਾ ਕਰ। ਤਾਂ ਤੇਰਾ ਮਨ ਜਿਹੜਾ ਹੈ ਹੱਸਦਾ ਭਾਵ ਹੈ ਖੇੜੇ ਵਿੱਚ ਆ ਜਾਵੇਗਾ। ਕੁੰਡਲੀਆ ਛੰਦ ਤਬ ਲਾਲੂ ਕਹਿਵਾਇਓ ਰਾਏ ਬਲਾਰੂ ਪਾਸ। ਤਾਂ ਲਾਲੋ ਨੇ ਇਸ ਪ੍ਰਕਾਰ ਰਾਏ ਬੁਲਾਰ ਜੀ ਦੇ ਪਾਸ ਆਖਿਆ ਹੈ। ਨਾਨਕ ਜੇ ਮਨ ਫਿਰਨ ਪਰ ਘਰ ਤੇ ਭਇਓ ਉਦਾਸ। ਵੀ ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਖੇਤੀ ਕਰਨ ਨੂੰ ਵੀ ਨਹੀਂ ਮੰਨ ਰਹੇ, ਦੁਕਾਨਦਾਰੀ ਨੂੰ ਵੀ ਨਹੀਂ ਮੰਨ ਰਹੇ। ਤੇ ਹੋ ਸਕਦਾ ਉਹਨਾਂ ਦੇ ਮਨ 'ਚ ਇਹ ਹੈ ਕਿ ਇਹਨਾਂ ਦਾ ਸ਼ੌਂਕ ਹੋਵੇ ਬਾਹਰ ਅੰਦਰ ਘੁੰਮਣਾ ਫਿਰਨਾ, ਦੂਰ ਦੁਰਾਡੇ ਜਾਣਾ। ਤੇ ਜੇ ਇਸ ਤਰ੍ਹਾਂ ਇਹਨਾਂ ਦੇ ਮਨ ਵਿੱਚ ਕੋਈ ਇਸ ਤਰ੍ਹਾਂ ਦਾ ਸ਼ੌਂਕ ਹੈ, ਘਰ ਤੇ ਭਇਓ ਉਦਾਸ ਮੋਲ ਲੀਜੈ ਕਿੰਕਾਨਾ। ਕਹਿਣ ਲੱਗੇ ਜੇ ਘਰ ਵਿੱਚ ਰਹਿਣ ਤੋਂ ਉਦਾਸ ਆ, ਵੀ ਇਹਨਾਂ ਦਾ ਘਰੇ ਬੈਠਣ ਨੂੰ ਚਿੱਤ ਨਹੀਂ ਕਰਦਾ, ਤਾਂ ਤੁਸੀਂ ਇਹਨਾਂ ਨੂੰ ਘੋੜੇ ਖਰੀਦ ਕੇ ਦੇ ਦੇਣਾ ਕਰੋ। ਕਰੀਏ ਤਿਨ ਕੋ ਵਣਜ ਫਿਰੋ ਦੇਸਨ ਜਹ ਜਾਨਾ। ਤਾਂ ਨਾਲੇ ਆਪਣਾ ਸ਼ੌਂਕ ਪੂਰਾ ਕਰ ਲੈਣਗੇ, ਘੋੜਿਆਂ ਤੇ ਚੜ੍ਹ ਕੇ ਦੇਸ਼ ਵਿਦੇਸ਼ ਵਿੱਚ ਘੁੰਮ ਫਿਰ ਆਇਆ ਕਰਨਗੇ, ਤੇ ਨਾਲੇ ਘੋੜਿਆਂ ਦੇ ਰਾਹੀਂ ਘੁੰਮ ਫਿਰ ਕੇ ਜਿਹੜਾ ਹੈ ਇਹ ਵਪਾਰ ਕਰਕੇ ਲਾਹਾ ਪ੍ਰਾਪਤ ਕਰਨਗੇ। ਤਵ ਜਨਨੀ ਧੀਰਜ ਧਰੈ ਸੁਤ ਆਵਹਿ ਫਿਰ ਧਾਮ। ਵੀ ਜਦੋਂ ਵਪਾਰ ਕਰਨ ਵਾਸਤੇ ਜਾਣਗੇ, ਲਾਲੂ ਜੀ ਕਹਿਣ ਲੱਗੇ ਰਾਏ ਬੁਲਾਰ ਜੀ ਨੂੰ ਵੀ ਥੋੜੇ ਸਮੇਂ ਬਾਅਦ ਫਿਰ ਘਰੇ ਆ ਜਾ ਕਰਨਗੇ। ਇਸ ਕਰਕੇ ਮਾਤਾ ਵੀ ਜਿਹੜੀ ਹੈ ਉਹਨੂੰ ਵੀ ਹੌਸਲਾ ਰਹੇਗਾ। ਸੁਨ ਸਰੋਣਨ ਸ੍ਰੀ ਮੁਖ ਭਣੈ ਤ੍ਰਿਤੀਆ ਪਦ ਅਭਿਰਾਮ। ਤਾਂ ਲਾਲੂ ਜੀ ਦੇ ਇਹ ਸ਼ਬਦ ਸੁਣ ਕੇ ਤੀਸਰਾ ਛੰਦ, ਤੀਸਰਾ ਹਿੱਸਾ ਸ਼ਬਦ ਦਾ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਉਚਾਰਨ ਕਰਦੇ ਹਨ। ਸੁਨ ਸਾਸਤ ਸੌਦਾਗਰੀ ਸਤ ਘੋੜੇ ਲੈ ਚੱਲ। ਸਤਿਗੁਰੂ ਜੀ ਕਹਿੰਦੇ ਧਰਮ ਦਾ ਵੀ ਇੱਕ ਵਪਾਰ ਹੈ। ਤੁਸੀਂ ਵਪਾਰ ਕਰਦੇ ਹੋ, ਠੀਕ ਹੈ ਕਿ ਘੋੜਿਆਂ ਤੇ ਚੜ੍ਹ ਕੇ ਜਾਂਦੇ ਨੇ, ਪੱਲੇ ਰੁਪਈਆ ਬੰਨ੍ਹ ਕੇ ਲਿਜਾਂਦੇ ਨੇ, ਖਰਚ ਕੇ ਕਿਤੋਂ ਵਸਤੂ ਖਰੀਦਦੇ ਨੇ, ਦੂਜੇ ਦੇਸ਼ ਵਿੱਚ ਜਾ ਕੇ ਵੇਚਦੇ ਨੇ, ਫਿਰ ਉਹਦੇ ਵਿੱਚੋਂ ਨਫਾ ਪ੍ਰਾਪਤ ਕਰਕੇ ਘਰੇ ਆਉਂਦੇ ਨੇ। ਪਰ ਕਹਿੰਦੇ ਇੱਕ ਧਰਮ ਦਾ ਵਪਾਰ ਕੀ ਹੈ? ਸੁਣ ਸ਼ਾਸਤ ਸੌਦਾਗਰੀ। ਧਾਰਮਿਕ ਗ੍ਰੰਥਾਂ ਦੇ ਸਤਿਪੁਰਸ਼ਾਂ ਦੇ ਉਪਦੇਸ਼ ਨੂੰ ਸੁਣਨਾ, ਇਹ ਵਪਾਰ ਕਰਨਾ ਹੈ। 7 ਘੋੜੇ ਲੈ ਚੱਲ। ਤੇ ਜਿਨ੍ਹਾਂ ਘੋੜਿਆਂ ਦੇ ਉੱਤੇ ਚੜ੍ਹ ਕੇ ਸਵਾਰੀ ਕਰਨੀ ਹੈ, ਉਹ ਘੋੜੇ 7 ਦੇ ਉੱਚੇ ਆਚਰਨ ਦੇ ਹੋਣੇ ਚਾਹੀਦੇ ਹਨ।
ਖਰਚ ਬੰਨ ਚੰਗਿਆਈਆ ਮਤ ਮਨ ਜਾਣੇ ਕੱਲ। ਤੇ ਵਪਾਰੀ ਪੱਲੇ ਰੁਪਈਆ ਬੰਨ ਕੇ ਲਿਜਾਂਦੇ ਨੇ, ਖਰਚ ਲੈ ਕੇ ਜਾਂਦੇ ਹਨ। ਸਤਿਗੁਰੂ ਜੀ ਕਹਿੰਦੇ ਨਾਮ ਦਾ ਵਣਜ ਕਰਦਿਆਂ ਹੋਇਆਂ ਇਸ ਸੌਦਾਗਰੀ ਵਾਸਤੇ ਚੰਗਿਆਈਆਂ ਸ਼ੁਭ ਗੁਣਾਂ ਦਾ ਜਿਹੜਾ ਖਰਚ ਹੈ, ਖਰਚ ਬੰਨ ਚੰਗਿਆਈਆਂ, ਇਹਨਾਂ ਨੂੰ ਪੱਲੇ ਬੰਨ ਲੈ, ਮਤ ਮਨ ਜਾਣੈ ਕੱਲ। ਤੇ ਇਸ ਗੱਲ ਨੂੰ ਕੱਲ ਤੇ ਨਾ ਪਾ, ਭਾਵ ਇਹ ਵਣਜ ਜਿਹੜਾ ਹੈ ਅੱਜ ਹੀ ਸ਼ੁਰੂ ਕਰ ਦੇਣਾ ਚਾਹੀਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਨਾਮ ਦਾ ਸੌਦਾ ਹੈ ਨਾ ਸਾਧ ਸੰਗਤ, ਇਹ ਬੜਾ ਲਾਹੇਵੰਦਾ ਹੈ, ਕਿਉਂਕਿ ਆਪਾਂ ਨਾਮ ਦਾ ਵਣਜ ਕਰਨ ਵਾਸਤੇ ਸੰਸਾਰ ਵਿੱਚ ਆਏ ਹਾਂ। ਸੱਚ ਵਾਪਾਰ ਕਰੋ ਵਾਪਾਰੀ, ਦਰਗਹਿ ਨਿਭੈ ਖੇਪ ਤੁਮਾਰੀ, ਜੇਤੇ ਜੀ ਤੇਤੇ ਵਣਜਾਰੇ। ਜਿੰਨੇ ਵੀ ਜੀਵ, ਜਿੰਨੇ ਮਨੁੱਖ ਨੇ, ਸਾਰੇ ਵਣਜਾਰੇ ਨੇ, ਵਣਜ ਕਰਨ ਵਾਸਤੇ ਆਏ ਨੇ। ਪਰਦੇਸ ਵਿੱਚ ਆਏ ਹੋਏ ਆ, ਇਹ ਘਰ ਆਪਣਾ ਨਹੀਂ, ਇਹ ਸੰਸਾਰ ਆਪਣਾ ਨਹੀਂ। ਇੱਥੇ ਸਵਾਸਾਂ ਦੀ ਪੂੰਜੀ ਲੈ ਕੇ ਆਏ ਆ ਤੇ ਗੁਰੂ ਦੇ ਹੱਟ ਦੇ ਉੱਤੇ ਇਹ ਪੂੰਜੀ ਖਰਚ ਕੇ ਇੱਥੋਂ ਨਾਮ ਦਾ ਧਨ ਆਪਾਂ ਇਕੱਠਾ ਕਰਨਾ ਹੈ। ਸਤਿਗੁਰੂ ਜੀ ਦਾ ਉਪਦੇਸ਼ ਹੈ, ਵਣਜ ਕਰੋ ਵਣਜਾਰਿਓ, ਵੱਖਰ ਲਿਹੋ ਸੰਭਾਲ, ਤੈਸੀ ਵਸਤ ਵਸਾਈ ਹੈ ਜੈਸੀ ਨਿਭੈ ਨਾਲ, ਅੱਗੇ ਸ਼ਾਹੋ ਸੁਜਾਨ ਹੈ ਲੈਸੀ ਵਸਤ ਸੰਭਾਲ। ਇਸ ਕਰਕੇ ਨਾਮ ਦਾ ਵਣਜ ਕਰਨ ਵਾਸਤੇ ਆਏ ਆ। ਤੇ ਪਾਤਸ਼ਾਹ ਜੀ ਕਹਿੰਦੇ ਇਹ ਵਣਜ ਫਿਰ ਇਸ ਤਰ੍ਹਾਂ ਕੀਤਾ ਜਾਂਦਾ ਹੈ, ਚੰਗਿਆਈਆਂ ਦਾ ਖਰਚ ਪੱਲੇ ਬੰਨ ਕੇ। ਇਹਨੂੰ ਕੱਲ ਤੇ ਨਹੀਂ ਛੱਡਣਾ ਚਾਹੀਦਾ। ਨਹਿ ਬਿਲੰਬ ਧਰਮੰ ਬਿਲੰਬ ਪਾਪੰ, ਬੁਰਾ ਕਰਮ ਕਰਨ ਲੱਗੇ ਤਾਂ ਦੇਰ ਕਰੋ, ਭਾਵ ਉਹਦੇ ਤੇ ਸੋਚ ਵਿਚਾਰ ਕਰੋ, ਪਰ ਧਰਮ ਕਰਨ ਲੱਗੇ ਦੇਰ ਨਹੀਂ ਕਰਨੀ ਚਾਹੀਦੀ। ਕਬੀਰ ਕਾਲ ਕਰੰਤਾ ਅਭੈ ਕਰ, ਅਬ ਕਰਤਾ ਸੋਏ ਤਾਲ, ਪਾਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਜਿਹੜਾ ਕੰਮ ਕੱਲ ਕਰਨ ਤੇ ਸੋਚੀ ਬੈਠੇ ਉਹਨੂੰ ਅੱਜ ਕਰ, ਤੇ ਅੱਜ ਕਰਨ ਵਾਲਾ ਜਿਹੜਾ ਇਹਨੂੰ ਸ਼ੁਰੂ ਕਰ। ਅਗਰ ਮੌਤ ਆ ਗਈ, ਕਾਲ ਆ ਗਿਆ, ਰੱਬ ਦਾ ਸੱਦਾ ਆ ਗਿਆ, ਤੇ ਫਿਰ ਬਾਅਦ ਵਿੱਚ ਕੁਝ ਨਹੀਂ ਹੋਣਾ, ਫਿਰ ਤਾਂ ਪਛਤਾਵਾ ਹੀ ਰਹਿ ਜਾਵੇਗਾ। ਰੱਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲਿਆ ਕੋਏ, ਗਿਆਨੀ ਜੀਵੈ ਸਦਾ ਸਦਾ, ਸੁਰਤੀ ਹੀ ਪਤ ਹੋਈ। ਸਰਫੈ ਸਰਫੈ ਸਦਾ ਸਦਾ, ਏਵੈ ਗਈ ਵਿਹਾਏ, ਨਾਨਕ ਕਿਸਨੋਂ ਆਖੀਐ, ਬਿਨ ਪੁੱਛਿਆ ਹੀ ਲੈ ਜਾਏ। ਧਰਮਰਾਜ ਦੇ ਦੂਤ ਆਉਣਗੇ, ਬਿਨਾਂ ਪੁੱਛੇ ਤੋਂ ਹੀ ਲੈ ਜਾਣਗੇ। ਇਸ ਲਈ ਉਹਨਾਂ ਨੇ ਪਤਾ ਨਹੀਂ ਕਦੋਂ ਆ ਜਾਣਾ ਹੈ। ਕਬੀਰ ਗਏ ਗੱਚ ਪਰਿਓ ਕੁਟੰਬ ਕਹਿ, ਕੰਠੈ ਰਹਿ ਗਿਓ ਰਾਮ, ਆਏ ਪਰੇ ਧਰਮ ਰਾਏ ਕਹਿ, ਬੀਚੇ ਧੂਮਾ ਧਾਮ। ਇਹ ਕੁਟੰਬ ਦੇ ਜੰਜਾਲ ਵਿੱਚ ਫਸ ਕੇ ਮਨੁੱਖ ਜ਼ਿੰਦਗੀ ਵਿਅਰਥ ਗਵਾ ਦਿੰਦਾ ਹੈ। ਇਹੀ ਸੋਚਦਾ ਰਹਿੰਦਾ ਹੈ ਕਿ ਕੋਈ ਗੱਲ ਨਹੀਂ, ਜ਼ਿੰਦਗੀ ਸੈੱਟ ਕਰ ਲਈਏ, ਬੱਚੇ ਵਿਆਹ ਲਈਏ, ਫਿਰ ਨਾਮ ਜਪਾਂਗੇ। ਪਹਿਲਾਂ ਜਵਾਨੀ ਵਿੱਚ ਕਹਿ ਦਿੰਦਾ ਹੈ ਕਿ ਖਾਣ ਪੀਣ ਦੀ ਉਮਰ ਹੈ, ਖੇਡਣ ਹੱਸਣ ਦੀ ਉਮਰ ਹੈ। ਫਿਰ ਸੋਚਦਾ ਹੈ ਕਿ ਹੁਣ ਬੱਚੇ ਹੋ ਗਏ ਨੇ, ਜਵਾਨ ਹੋ ਗਏ, ਪਹਿਲਾਂ ਤਾਂ ਇਹ ਸੀ ਵੀ ਆਪ ਸੈੱਟ ਹੋ ਜਾਵਾਂ, ਫਿਰ ਅੱਗੇ ਇਹਨੂੰ ਇਹ ਫਿਕਰ ਰਹਿੰਦਾ ਹੈ ਕਿ ਬੱਚਿਆਂ ਦੀ ਐਡਜਸਟਮੈਂਟ ਕਰ ਲਵਾਂ। ਤੇ ਫਿਰ ਸਾਧ ਸੰਗਤ ਇਸ ਤਰ੍ਹਾਂ ਕਰਦਿਆਂ ਕਰਦਿਆਂ ਜ਼ਿੰਦਗੀ ਜਿਹੜੀ ਹੈ ਉਹ ਲੰਘ ਜਾਂਦੀ ਹੈ। ਮੌਤ ਦਾ ਤਾਂ ਪਤਾ ਹੀ ਨਹੀਂ ਉਹਨੇ ਕਦੋਂ ਆ ਜਾਣਾ ਹੈ, ਪਰ ਮਨੁੱਖ ਇਸ ਝੂਠੇ ਵਿਸ਼ਵਾਸ ਵਿੱਚ ਜਿਉਂ ਰਿਹਾ ਹੈ। ਇਸ ਲਈ ਪਾਤਸ਼ਾਹ ਜੀ ਕਹਿੰਦੇ ਇਸ ਗੱਲ ਨੂੰ ਕੱਲ ਤੇ ਨਹੀਂ ਪਾਉਣਾ ਚਾਹੀਦਾ ਹੈ। ਨਿਰੰਕਾਰ ਕੈ ਦੇਸ ਜਾਹੇ, ਤਾਂ ਸੁਖ ਲਹੇ ਮਹੱਲ। ਕਹਿੰਦੇ ਇਸ ਤਰ੍ਹਾਂ ਦਾ ਜੇ ਤੂੰ ਵਣਜ ਕਰੇਗਾ ਤੇ ਜਦੋਂ ਨਿਰੰਕਾਰ ਦੇ ਦੇਸ਼ ਵਿੱਚ ਜਾਏਗਾ, ਜਿਵੇਂ ਵਪਾਰੀ ਧਨ ਕਮਾ ਕੇ ਮੁੜ ਕੇ ਆਪਣੇ ਘਰ ਆ ਕੇ ਸੁਖ ਮਾਣਦਾ ਹੈ, ਇਵੇਂ ਉਹਦੇ ਮਹਿਲ ਦੇ ਵਿੱਚ ਨਾਮ ਦਾ ਵਣਜ ਕਰਕੇ ਜਾਏਗਾ ਤੇ ਪਾਤਸ਼ਾਹ ਜੀ ਕਹਿੰਦੇ ਸੁਖ ਪ੍ਰਾਪਤ ਹੋਵੇਗਾ। ਦੋਹਰਾ ਕਹੇ ਨਿਬਰਤ ਕੇ ਬਚਨ ਜੇ, ਨਹਿ ਸਮਝਤ ਮਨ ਮਾਹੇ। ਸਤਿਗੁਰੂ ਜੀ ਐਸੇ ਵੈਰਾਗ ਦੇ ਬਚਨ ਕਰ ਰਹੇ ਨੇ, ਪਰ ਜਿਹੜੇ ਪਰਿਵਾਰ ਦੇ ਮੈਂਬਰ ਹਨ ਉਹ ਇਸ ਗੱਲ ਨੂੰ ਨਹੀਂ ਸਮਝ ਰਹੇ ਹਨ। ਬਹੁਰ ਬਹੁਰ ਪਰ ਬਿਰਤ ਕੇ, ਕਮਲ ਬਦਨ ਸੋ ਪ੍ਰਾਹੇ। ਤੋ ਸਤਿਗੁਰੂ ਜੀ ਕਮਲ ਸੁੰਦਰ ਮੁਖੜੇ ਵਾਲੇ ਵਾਰ-ਵਾਰ ਇਸ ਤਰ੍ਹਾਂ ਸਮਝਾ ਰਹੇ ਹਨ। ਦਵਈਆ ਛੰਦ ਸੁਨ ਕਾਲੂ ਪੁਨ ਬਚਨ ਬਖਾਨੇ, ਜੋ ਤੁਮ ਇਹ ਨਹਿ ਕਰਨਾ। ਕਾਲੂ ਜੀ ਕੋਲੋਂ ਫਿਰ ਬੋਲ ਪਏ, ਉਹ ਕਹਿਣ ਲੱਗੇ ਵੀ ਚਲੋ ਦੱਸੋ, ਜੇ ਤੁਸੀਂ ਖੇਤੀ ਵੀ ਨਹੀਂ ਕਰਨੀ
ਦੁਕਾਨਦਾਰੀ ਵੀ ਨਹੀਂ ਕਰਨੀ ਤੇ ਵਪਾਰ ਵੀ ਜੇ ਨਹੀਂ ਕਰਨਾ ਹੈ। ਕਰਹੁ ਚਾਕਰੀ ਭੂਪਤ ਕਹਿ ਕੇ ਹੋਵ ਚਾਕਰ ਬਰਨਾ। ਤੇ ਚਲੋ ਫਿਰ ਕਿਸੇ ਰਾਜੇ ਦੀ ਜਿਹੜੀ ਹੈ ਉਹ ਨੌਕਰੀ ਕਰ ਲੋ, ਚਾਕਰ ਬਣ ਜਾਣਾ ਕਰੋ। ਮੋਨ ਬਚ ਮੁਝ ਬਚ ਮਾਨ ਕਰਹੁ ਜੀਅ ਕਾਜਾ। ਕਹਿਣ ਲੱਗੇ ਮੇਰਾ ਬਚਨ ਮੰਨ ਕੇ ਇਹ ਕੰਮ ਕਰੋ ਕਿ ਤੁਸੀਂ ਨੌਕਰੀ ਕਰ ਲੈਣਾ ਕਰੋ। ਤਜਹੁ ਫਕੀਰੀ ਬੇਸਾ ਸੁਣ ਕਰ ਚਤੁਰਤ ਪਦ ਕੋ ਬਦਤੰ ਸ੍ਰੀ ਨਾਨਕ ਜਗਤੀਸਾ। ਕਹਿਣ ਲੱਗੇ ਜਿਹੜਾ ਤੁਸੀਂ ਬੇਸ ਧਾਰਨ ਕੀਤਾ ਹੈ ਇਹ ਛੱਡ ਦਿਓ। ਤਾਂ ਇਸ ਤਰ੍ਹਾਂ ਪਿਤਾ ਜੀ ਦੇ ਬਚਨ ਸੁਣ ਕੇ ਸਤਿਗੁਰੂ ਜੀ ਫਿਰ ਇਸ ਸ਼ਬਦ ਦਾ ਅਗਲਾ ਪਦਾ ਉਚਾਰਨ ਕਰਦੇ ਹਨ। ਲਾਏ ਚਿੱਤ ਕਰ ਚਾਕਰੇ ਮਨ ਨਾਮ ਕਰ ਕੰਮ। ਕਹਿਣ ਲੱਗੇ ਚਿੱਤ ਲਾ ਕੇ ਚਾਕਰੀ ਕਰਨੀ, ਭਾਵ ਕਿ ਅਸੀਂ ਨਿਰੰਕਾਰ ਦੀ ਨੌਕਰੀ ਕਰ ਰਹੇ ਹਾਂ, ਪ੍ਰਭੂ ਦਾ ਨਾਮ ਜਪ ਰਹੇ ਹਾਂ, ਉਹਦਾ ਹੁਕਮ ਹੈ, ਥਾਂ ਥਾਂ ਤੇ ਜਾ ਕੇ ਅਸੀਂ ਧਰਮ ਦਾ ਪ੍ਰਚਾਰ ਕਰ ਰਹੇ ਹਾਂ। ਤੇ ਇਹ ਨਿਰੰਕਾਰ ਦੀ ਚਾਕਰੀ ਜਿਹੜੀ ਹੈ, ਨੌਕਰੀ ਤੇ ਚਾਕਰੀ 'ਚ ਫਰਕ ਹੈ। ਨੌਕਰੀ ਦਾ ਅਰਥ ਹੁੰਦਾ ਨਾਉ ਕਰੀ, ਨਾਵਾਂ ਲੈ ਕੇ ਪੈਸੇ ਲੈ ਕੇ ਕਰਨ ਵਾਲੀ ਕਾਰ। ਚਾਕਰੀ ਦਾ ਅਰਥ ਹੈ ਸਾਧ ਸੰਗਤ ਚਾਅ ਦੇ ਨਾਲ ਕਰਨੀ। ਪਰਮੇਸ਼ਰ ਦੇ ਭਗਤ ਸੇਵਕ ਜਾਣ ਚਾਅ ਦੇ ਨਾਲ ਸੇਵਾ ਕਰਦੇ ਨੇ। ਸੇਵਾ ਕਰਤ ਹੋਏ ਨਿਹਕਾਮੀ ਤਿਸ ਕਾ ਹੋਤ ਪ੍ਰਾਪਤ ਸੁਆਮੀ। ਇਹਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਸਤਿਗੁਰੂ ਜੀ ਕਹਿੰਦੇ ਚਿੱਤ ਲਾ ਕੇ ਉਸ ਨਿਰੰਕਾਰ ਦੀ ਚਾਕਰੀ ਕਰੇ, ਮਨ ਨਾਮ ਕਰ ਕੰਮ। ਤੇ ਪਰਮੇਸ਼ਰ ਦੀ ਹੋਂਦ ਨੂੰ, ਉਹਦੇ ਨਾਮ ਨੂੰ ਮਨ ਦੇ ਵਿੱਚ ਵਸਾਉਣਾ, ਦ੍ਰਿੜ ਕਰਨਾ, ਇਹ ਸ੍ਰੇਸ਼ਟ ਕਰਮ ਹੈ। ਬਨ ਬਦੀਆ ਕਰ ਧਾਵਣੀ ਤਾਕੋ ਆਖੈ ਧੰਨ। ਤੇ ਆਪਣੇ ਮਨ ਨੂੰ ਬੁਰੇ ਪਾਸੇ ਤੋਂ, ਵਿਕਾਰਾਂ ਤੋਂ, ਬਦੀਆਂ ਤੋਂ ਰੋਕਣਾ, ਇਹੀ ਦੌੜ ਭੱਜ ਕਰਨੀ ਹੈ। ਤਾਂ ਇਸ ਤਰ੍ਹਾਂ ਕਰਨ ਦੇ ਨਾਲ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਤਾਂ ਸਾਰੀ ਦੁਨੀਆ, ਸਾਰਾ ਜਗਤ ਜਿਹੜਾ ਹੈ ਉਹ ਧੰਨ 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 ਆਖਦਾ ਹੈ। ਨਾਨਕ ਵੇਖੈ ਨਦਰ ਕਰ ਚੜ੍ਹੈ ਚਵਗਨ ਵਨ। ਤੇ ਸਤਿਗੁਰੂ ਜੀ ਕਹਿੰਦੇ ਫਿਰ ਜਦੋਂ ਪਰਮੇਸ਼ਰ ਇਸ ਤਰ੍ਹਾਂ ਦੀ ਚਾਕਰੀ ਵੇਖ ਕੇ ਆਪਣੇ ਸੇਵਕ ਤੇ ਪ੍ਰਸੰਨ ਹੋ ਕੇ ਦ੍ਰਿਸ਼ਟੀ ਕਰਦਾ ਹੈ ਤਾਂ ਮਨ ਨੂੰ, ਆਤਮਾ ਨੂੰ ਜਿਹੜਾ ਹੈ ਚਾਰ ਗੁਣਾ ਨਾਮ ਦਾ ਰੰਗ ਜਿਹੜਾ ਹੈ ਉਹ ਚੜ ਜਾਂਦਾ ਹੈ। ਸਵਈਆ ਸਰੋਣ ਸੁਣੇ ਇਵ ਤੂਸਨ ਕੀਨ ਅਧੀਨ ਭਾਏ ਜਨਨੀ ਜਨਕੰ ਸੋ। ਇਸ ਤਰ੍ਹਾਂ ਸਤਿਗੁਰੂ ਜੀ ਦੇ ਸਾਰੇ ਬਚਨ ਸੁਣ ਕੇ ਨਿਰੁੱਤਰ ਹੋ ਗਏ ਤੇ ਅਧੀਨ ਜੇ ਹੋ ਗਏ। ਮਾਤਾ ਪਿਤਾ ਇਸ ਤਰ੍ਹਾਂ ਹਿਰਦੇ ਵਿੱਚ ਵਿਚਾਰਦੇ ਹਨ। ਕੌਣ ਉਪਾਵ ਨਿਕੇਤ ਰਹੈ ਬਿਰਹਾਤਰ ਹੋਏ ਵਿਚਾਰ ਉਰੰਗ ਸੋ। ਕਿਹੜਾ ਉਪਾਅ ਕਰੀਏ, ਕਿਹੜਾ ਤਰੀਕਾ ਵਰਤੀਏ ਕਿ ਇਹਨਾਂ ਨੂੰ ਘਰ ਵਿੱਚ ਰੱਖ ਲਈਏ। ਇਸ ਤਰ੍ਹਾਂ ਬੇਬਲ ਹੋ ਕੇ ਸੋਚਦੇ ਹਨ। ਏਕ ਤਨੁਜਿਓ ਹੋਏ ਫਕੀਰ ਵਿਦੇਸ਼ ਗਵੈ ਕਿਵ ਧੀਰ ਧਰੰ ਸੋ। ਇੱਕੋ ਹੀ ਪੁੱਤਰ ਹੋਵੇ, ਉਹ ਵੀ ਫਕੀਰ ਹੋ ਜਾਵੇ ਤਾਂ ਫਿਰ ਸੋਚਦੇ ਨੇ ਕਿਵੇਂ ਧੀਰਜ ਕੀਤਾ ਜਾ ਸਕਦਾ ਹੈ। ਤਾਤ ਕੋ ਮੋਹ ਨਾ ਭੇਦ ਪਛਾਨ ਹੈ ਜਾਣ ਹੈ ਮਾਨਵ ਆਨ ਸਮੰ ਸੋ। ਪੁੱਤਰ ਦੇ ਮੋਹ ਵਿੱਚ ਬਿਰਤੀ ਲੱਗੀ ਹੋਈ ਹੈ ਤੇ ਜੋ ਸਤਿਗੁਰੂ ਜੀ ਰੱਬੀ ਗੱਲ ਸਮਝਾ ਰਹੇ ਨੇ ਉਹਨੂੰ ਸਮਝਦੇ ਨਹੀਂ। ਉਹਦਾ ਕਾਰਨ ਕਵੀ ਜੀ ਕਹਿੰਦੇ ਇਹੀ ਹੈ ਕਿ ਉਹ ਮਾਨਸ ਸਮਾਨ ਜਾਣਦੇ ਨੇ। ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਮਾਤਾ ਪਿਤਾ ਕੇਵਲ ਪੁੱਤਰ ਕਰਕੇ ਜਾਣਦੇ ਨੇ, ਪੁੱਤਰ ਵਾਲੀ ਬਿਰਤੀ ਹੈ। ਇਸ ਕਰਕੇ ਸਤਿਗੁਰੂ ਜੀ ਦੇ ਤਾਤ ਪਰਜ ਨੂੰ ਸਮਝਣ ਤੋਂ ਅਸਮਰੱਥ ਹਨ। ਸਤਿਗੁਰੂ ਜੀ ਨੇ ਤਾਂ ਪੂਰੀ ਤਰ੍ਹਾਂ ਸਮਝਾ ਦਿੱਤਾ ਹੈ, ਪਰ ਮਾਤਾ ਪਿਤਾ ਜੀ ਇਸ ਤਰ੍ਹਾਂ ਸਤਿਗੁਰੂ ਜੀ ਦੇ ਇਸ ਭੇਦ ਨੂੰ ਨਹੀਂ ਜਾਣ ਰਹੇ। ਇਸ ਤਰ੍ਹਾਂ ਸਤ ਸੰਗਤ ਤੇ ਵਿਚਾਰ ਜਿਹੜੀ ਹੈ ਇਹ ਚੱਲਦੀ ਹੈ। ਸਤਿਗੁਰੂ ਜੀ ਨੇ ਜਿਵੇਂ ਅੱਗੇ ਬਖਸ਼ਿਸ਼ ਕੀਤੀ ਹੈ, ਜੋ ਗੁਰੂ ਕਾ ਇਤਿਹਾਸ ਹੈ ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸ਼ਰਵਣ ਕਰਾਂਗੇ, ਕਿਉਂਕਿ ਸਮਾਂ ਸੰਪੂਰਨ ਹੋ ਚੁੱਕਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।